असलामुअलैकुम सब दोस्तों ਨੂੰ ਜਿੰਨੇ ਦੇਖਣ ਵਾਲੇ ਨੇ ਸਭ ਦੋਸਤਾਂ ਨੂੰ ਉਮੀਦ ਕਰਦਾ ਸਾਰੇ ਠੀਕ ਹੋਣਗੇ ਖੁਸ਼ ਹੋਣਗੇ। ਵੈਲਕਮ ਜੀ ਤੁਹਾਡਾ ਸਾਰਿਆਂ ਨੂੰ ਸਾਡਾ ਚੈਨਲ ਹੈ ਟਾਲੀਆ ਵਲੌਗ ਹੈ। ਸਭ ਇਹਨੂੰ ਲਾਈਕ ਫਾਲੋ ਤੇ ਸਾਡੀ ਵੀਡੀਓ ਨੂੰ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਅੱਜ ਸਾਡੇ ਨਾਲ ਉਸਮਾਨ ਸਾਹਿਬ ਮੌਜੂਦ ਆ ਤੇ ਇਹਨਾਂ ਕੋਲੋਂ ਸਾਨੂੰ ਇਨਫੋਰਮੇਸ਼ਨ ਲੈ ਦੇ ਹਵਾਲੇ ਨਾਲ ਗੱਲ ਕਰਾਂਗੇ। ਤੁਹਾਨੂੰ ਇਨਫੋਰਮੇਸ਼ਨ ਦਵਾਂਗੇ ਕਿ ਜਿੱਦਾਂ ਕਿ ਰੋਮਾਨੀਆ ਤੋਂ ਇਟਲੀ ਆਏ ਸੀ ਤੇ ਇਹਨਾਂ ਦਾ ਪ੍ਰੋਸੈਸ ਪੁੱਛਾਂਗੇ। ਰੋਮਾਨੀਆ ਤੋਂ ਇਟਲੀ ਆਏ ਨੇ, ਇੱਥੇ ਆ ਕੇ ਇਹਨਾਂ ਨੇ ਅਸਾਈਲਮ ਅਪਲਾਈ ਕੀਤਾ। ਅਸਾਈਲਮ ਦੇ ਕੀ ਕਵਾਨੀਨ ਨੇ, ਕਿੱਦਾਂ ਇਹਨਾਂ ਨੇ ਅਸਾਈਲਮ ਲਿਆ ਕਿ ਜਾਂ ਰੋਮਾਨੀਆ ਇਹਨਾਂ ਦਾ ਕੀ ਹਿਸਾਬ ਕਿਤਾਬ ਸੀ। अस्सलाम वालेकुम जनाब। वालेकुम सलाम। ਤੁਸੀਂ ਜਨਾਬ ਸਾਨੂੰ ਦੱਸੋ ਕਿ ਇੱਥੇ ਆ ਕੇ ਅਸਾਈਲਮ ਤੁਸੀਂ ਲਿਆ, ਕੀ ਪ੍ਰੋਸੈਸ ਸੀ ਉਹਦਾ, ਉਹ ਸਾਡੇ ਨਾਲ ਸ਼ੇਅਰ ਕਰੋ ਜੀ। ਮੈਂ ਇੱਥੇ ਇਟਲੀ ਦੇ ਵਿੱਚ ਜਦੋਂ ਆਇਆ ਸੀ ਤੇ ਸਭ ਤੋਂ ਪਹਿਲੇ ਇਹੀ ਪ੍ਰੋਸੈਸ ਹੁੰਦਾ, ਜਿੰਨੇ ਵੀ ਬੰਦੇ ਹੁੰਦੇ ਆ ਨਾ ਪਾਕਿਸਤਾਨ, ਬੰਗਲਾदेश ਜਾਂ ਇੰਡੀਆ ਚੋਂ, ਹਾਂਜੀ ਸਭ ਤੋਂ ਪਹਿਲੇ ਜੇ ਇਲੀਗਲ ਹੁੰਦੇ ਤੇ ਅਜ਼ੀਲ ਕਰਵਾਉਣੀ ਪੈਂਦੀ ਹੈ ਨਾ। ਬਿਲਕੁਲ। ਤੇ ਮੈਂ ਕਸਤੂਰੇ ਜਾ ਗਿਆ ਸੀ ਸਭ ਤੋਂ ਪਹਿਲੇ, ਉੱਥੋਂ ਉਹਨਾਂ ਨੂੰ ਅਪਾਇੰਟਮੈਂਟ ਦਿੱਤੀ ਸੀ। ਪਹਿਲੇ ਫਿੰਗਰਾਂ ਦੀ ਅਪਾਇੰਟਮੈਂਟ ਹੁੰਦੀ ਹੈ ਤੇ ਉਸ ਤੋਂ ਬਾਅਦ ਫਿਰ ਜੋੜ ਦੀ ਅਪਾਇੰਟਮੈਂਟ ਹੁੰਦੀ ਹੈ। ਦੋ ਤਰ੍ਹਾਂ ਦੀ ਹੁੰਦੀ ਜੀ ਜ਼ੀਲ, ਇੱਕ ਓਪਨ ਜ਼ੀਲ, ਹਾਂਜੀ ਕੈਂਪ ਦੀ ਜ਼ੀਲ। ਜਿਸ ਬੰਦੇ ਦਾ ਕੋਈ ਅੱਗੇ ਜਾਣ ਵਾਲਾ ਹੈ ਇਟਲੀ ਦੇ ਵਿੱਚ ਪਹਿਲੇ ਮੌਜੂਦ ਆ, ਉਹ ਜਿਹੜਾ ਉਹਨੂੰ ਸਾਂਭ ਸਕਦਾ ਉਹ ਓਪਨ ਜ਼ੀਲ ਕਰਵਾਉਂਦਾ ਹੈ। ਤੇ ਜਿਹੜਾ ਕੋਈ ਨਹੀਂ ਵੀ ਪਹਿਲੀ ਨਵਾਂ ਬੰਦਾ ਬਿਲਕੁਲ ਉਹ ਕੈਂਪ ਵਾਲੀ ਜ਼ੀਲ ਕਰਵਾਉਂਦਾ ਹੈ। ਸਹੀ। ਦੋ ਤਰ੍ਹਾਂ ਦੀਆਂ ਜ਼ੀਲਾਂ। ਤੇ ਇਹ ਅਜ਼ੀਲ ਤੁਸੀਂ ਉੱਥੋਂ ਪਹਿਲੇ ਅਪਾਇੰਟਮੈਂਟ ਲੈਣੀ ਪਈ, ਉਸ ਤੋਂ ਬਾਅਦ ਤੁਹਾਡੀ ਅਜ਼ੀਲ ਹੋ ਗਈ ਹੈ। ਤੇ ਕੰਮ ਦਾ ਕੀ ਸਿਸਟਮ ਹੈ, ਮਤਲਬ ਅਜ਼ੀਲ ਤੋਂ ਬਾਅਦ ਤੁਸੀਂ ਕੰਮ ਕਰ ਸਕਦੇ ਹੋ ਲੀਗਲ ਤਰੀਕੇ ਨਾਲ ਕੰਟੈਕਟ ਕਰਕੇ? ਜਿੰਨੀ ਦੇਰ ਤੱਕ ਸਾਨੂੰ ਸਜੋਰ ਨਹੀਂ ਮਿਲਦੀ ਉਦੋਂ ਤੱਕ ਅਸੀਂ ਕੰਮ ਨਹੀਂ ਕਰ ਸਕਦੇ। ਸਹੀ। ਤੇ ਤਕਰੀਬਨ 6 ਮਹੀਨੇ ਲੱਗ ਜਾਂਦੇ ਨੇ। ਹੁਣ ਮੈਨੂੰ ਇਟਲੀ ਆਏ ਨੂੰ ਤਕਰੀਬਨ 6-7 ਮਹੀਨੇ ਹੋ ਗਏ ਨੇ ਤੇ ਹੁਣ ਮੈਨੂੰ ਸਜੋਰ ਮਿਲੀ ਹੈ ਅਲਹਮਦੁਲਿਲਾ। ਲੇਕਿਨ 6 ਮਹੀਨੇ ਤੋਂ ਪਹਿਲੇ ਬੰਦਾ ਬਲੈਕ ਕੰਮ ਤਾਂ ਨਹੀਂ ਕਰ ਸਕਦਾ। ਸ਼ਾਇਦ ਕਿਸੇ ਦਾ ਕੋਈ ਕੰਮ ਸ਼ਾਮ ਕੋਈ ਬਲੈਕ ਦੇ ਵਿੱਚ ਕਿਸੇ ਨੂੰ ਮਿਲ ਵੀ ਸਕਦਾ, ਲੇਕਿਨ ਜ਼ਿਆਦਾ ਇਹ ਚਾਂਸ ਨੇ ਕਿ ਜਿੰਨੀ ਦੇਰ ਤੱਕ ਸਜੋਰ ਨਹੀਂ ਹੈ ਬੰਦਾ ਕੰਮ ਨਹੀਂ ਕਰ ਸਕਦਾ। ਤੇ ਰਿਸਕ ਵੀ ਨਹੀਂ ਲੈਣਾ ਚਾਹੀਦਾ। ਰਿਸਕ ਵੀ ਨਹੀਂ ਲੈਣਾ ਚਾਹੀਦਾ ਕਿਉਂਕਿ ਬਹੁਤ ਜੁਰਮਾਨੇ, ਮੌਤ ਤੇ ਕਾਨੂੰਨ ਸਖਤ ਇੱਥੇ ਦਾ। ਸਹੀ। ਤੇ ਤੁਸੀਂ ਸੋਚ ਕੇ ਆਓ ਤੁਸੀਂ ਉੱਥੋਂ ਹੀ ਕਿ ਪਹਿਲੇ 6 ਕੁਝ ਟਾਈਮ ਤੁਹਾਨੂੰ ਕੱਢਣਾ ਪੈਣਾ, ਤੁਹਾਨੂੰ ਉੱਥੇ ਵੀ ਰਹਿਣਾ ਪਏਗਾ ਕੰਮ ਤੋਂ ਬਗੈਰ। ਤੇ ਜਿੱਦਾਂ ਤੁਸੀਂ ਰੋਮਾਨੀਆ ਤੋਂ ਇੱਥੇ ਆਏ ਸੀ, ਰੋਮਾਨੀਆ ਕੀ ਹਾਲਾਤ ਸੀ, ਕੀ ਪੇਪਰਾਂ ਦੇ ਹਿਸਾਬ ਸੀ ਜਾਂ ਇਟਲੀ ਕੰਮ ਦਾ ਕੀ ਸੀ ਫਰਕ? ਤੁਹਾਨੂੰ ਕੀ ਲੱਗਿਆ ਫਰਕ ਇਸ ਚੀਜ਼ ਦੇ ਵਿੱਚ? ਫਰਕ ਜੀ ਕੰਮ ਦੇ ਲਿਹਾਜ਼ ਨਾਲ ਇਟਲੀ ਬੈਸਟ ਹੈ, ਰੋਮਾਨੀਆ ਨਾਲੋਂ ਬਹੁਤ ਬੈਸਟ ਹੈ। ਸਹੀ। ਪੇਪਰਾਂ ਦੇ ਲਿਹਾਜ਼ ਨਾਲ ਵੀ ਠੀਕ ਹੈ। ਜੋ ਬੰਦਾ ਥੋੜੀ ਉਮਰ ਦਾ ਹੋਵੇ, ਜਿੱਦਾਂ ਅਸੀਂ ਆਏ ਹਾਂ, ਲੜਕੇ ਸਾਡੇ ਨਾਲ 20 ਸਾਲ ਤੋਂ 25 ਸਾਲ ਦੇ ਦਰਮਿਆਨ ਵਿੱਚ ਸੀ, ਉਹਨਾਂ ਦਾ ਤਾਂ ਕੋਈ ਮਸਲਾ ਨਹੀਂ। ਲੇਕਿਨ ਕੁਛ ਬਹੁਤ ਜ਼ਿਆਦਾ ਉਮਰ ਦੇ ਬੰਦੇ ਵੀ ਹਾਂਜੀ ਨਾਲ ਆਏ ਨੇ, ਜਿਵੇਂ 50 ਸਾਲ ਦੇ ਬੰਦੇ ਆਏ ਨੇ। ਇੱਥੇ ਦੇਰ ਸਵੇਰ ਵੀ ਹੋ ਸਕਦੀ। ਫੈਮਲੀ ਵਾਲਾ ਜਿਹੜਾ ਬੰਦਾ ਉਹਨੂੰ ਏਡਾ ਰਿਸਕ ਨਹੀਂ ਚੱਕਣਾ ਚਾਹੀਦਾ ਕਿਉਂਕਿ ਫਿਰ ਵਾਪਸ ਆਉਣ ਦੇ ਵੀ ਦੇਰ ਵੀ ਲੱਗ ਸਕਦੀ ਕਈ ਵਾਰੀ। ਹਾਂਜੀ ਪੇਪਰ ਪਾਸ ਹੋਣੇ, ਜਿੱਦਾਂ ਕਮਿਸ਼ਨ ਆਉਂਦੇ ਨੇ, ਪੇਪਰ ਜੇ ਪਾਸ ਹੁੰਦੇ ਆ ਟਾਈਮ ਤਾਂ ਲੱਗਦਾ, ਸਾਫ ਜ਼ਾਹਿਰ ਇਸ ਚੀਜ਼ ਤੇ ਟਾਈਮ ਤਾਂ ਲੱਗ ਸਕਦਾ। ਤੇ ਏਡੀ ਉਹ ਏਜ ਵਾਲਾ ਬੰਦਾ ਉੱਥੇ ਰਵੇ, ਉੱਥੇ ਵੀ ਠੀਕ ਕੰਮ ਏਡਾ ਨਹੀਂ, ਸਿਸਟਮ ਮਾੜਾ ਨਹੀਂ। ਸਹੀ। ਤੇ ਜਿਹੜਾ ਛੋਟੀ ਉਮਰ ਦੇ ਬੰਦੇ ਨੇ ਉਹ ਆਪਣੀ ਕਿਸਮਤ ਅਜ਼ਮਾਉਣ ਆਉਣ ਇੱਥੇ। ਬਿਲਕੁਲ। ਤੇ ਇੱਥੇ ਆ ਕੇ ਜਿਹੜੇ ਕੰਮ ਸ਼ਮ ਕਰਦੇ ਨੇ, ਬਹੁਤ ਜ਼ਿਆਦਾ ਲੋਕਾਂ ਦਾ ਸਵਾਲ ਹੁੰਦਾ ਕਿੰਨੇ ਕੁ ਬੰਦਾ ਪੈਸੇ ਕਮਾ ਸਕਦਾ ਮਹੀਨੇ ਦੇ? ਨਵਾਂ ਬੰਦਾ ਇੱਕ ਜਿਹੜਾ ਹੁੰਦਾ ਇਟਲੀ ਦੇ ਵਿੱਚ, ਉਹ ਕਿੰਨੇ ਕੁ ਪੈਸੇ ਕਮਾ ਸਕਦਾ? ਇਟਲੀ ਦੇ ਵਿੱਚ ਜੀ ਜਿਹੜਾ ਬੰਦਾ ਮੌਜੂਦ ਹੈ, ਡਾਕੂਮੈਂਟ ਉਹਦੇ ਕੋਲ ਕਮ ਸੇ ਕਮ ਪੀਲੀ ਸਜੋਰ ਜਾਂ ਸਜੋਰ ਹੈ ਕੋਈ ਵੀ 6 ਮਹੀਨੇ ਵਾਲੀ, ਸਾਲ ਵਾਲੀ। ਹਾਂਜੀ। ਮਿਨੀਮਮ ਸੈਲਰੀ ਇੱਥੇ ਜਿਹੜੀ ਸਟਾਰਟਿੰਗ 1200 ਤੇ ਹੈ, 1200 ਯੂਰੋ। ਅੱਗੇ ਆਪਣੀ ਬੰਦੇ ਦੀ ਮਿਹਨਤ ਹੈ, ਕਈ ਬੰਦੇ 1500 ਤੇ ਫੈਕਟਰੀਆਂ ਤੇ 1600-1800 ਦੇ ਵੀ ਲੱਗੇ ਨੇ। ਸਹੀ। ਲਾਇਸੈਂਸ ਕਰ ਲੈ ਬੰਦਾ, ਜ਼ਬਾਨ ਸਿੱਖ ਲੈ, ਵੀ ਲਾਇਸੈਂਸ ਜਾਂ ਚੀਕੂ ਜੀ 4000 5-5000 ਵੀ ਕਮਾ ਰਹੇ ਨੇ। ਉਹ ਬੰਦੇ ਦੀ ਆਪਣੀ ਮਿਹਨਤ ਹੈ। ਬਿਲਕੁਲ, ਜਿੰਨਾ ਕੋਈ ਮਿਹਨਤ ਕਰੂ ਉਸ ਹਿਸਾਬ ਨਾਲ ਉਹ 1200-1300 ਤੇ ਹੈ ਹੀ ਨਾ। ਮਸਲੇ ਚੰਗੇ ਬਣ ਜਾਂਦੇ ਨੇ। ਤੇ ਬੜੇ ਲੋਕ ਅੱਜ ਕੱਲ ਜਿਹੜੇ ਪੁੱਛਦੇ ਆ, ਸਭ ਤੋਂ ਜ਼ਿਆਦਾ ਸਵਾਲ ਹੁੰਦਾ ਕਿ ਸਾਨੂੰ ਵੀ ਵੀਜ਼ਾ ਚਾਹੀਦਾ। ਜਿੱਦਾਂ ਕੋਈ ਲੋਕ ਇਟਲੀ ਆਉਣਾ ਚਾਹੁੰਦੇ ਜਾਂ ਰੋਮਾਨੀਆ ਦੇ, ਉਸ ਹਿਸਾਬ ਨਾਲ ਤੁਹਾਡੀ ਕੀ ਸਲਾਹ? ਇਟਲੀ ਦਾ ਡਾਇਰੈਕਟ ਵੀਜ਼ਾ ਤੇ ਜੀ ਪਾਕਿਸਤਾਨ ਚ ਬਹੁਤ ਮੁਸ਼ਕਲ ਲੱਗਦਾ ਹੈ। ਸਹੀ। ਜੇ ਬੰਦਾ ਕਢਾ ਵੀ ਲਵੇ ਨਾ ਨੋਦਾ, ਉਸਦਾ 20,000 ਯੂਰੋ ਦਾ ਖਰਚਾ ਤੇ ਪਾਕਿਸਤਾਨ 50-60 ਲੱਖ ਬਣਦਾ। ਤੇ ਉਹਦੇ ਚਾਂਸ ਵੀ 50-50 ਨੇ ਪਾਕਿਸਤਾਨ ਤੋਂ ਲੱਗੇ, ਕੋਈ ਪਤਾ ਨਹੀਂ ਨਾ ਲੱਗੇ। ਇਹ ਡੰਕੀ ਰਾਸਤਾ ਜਾਂ ਫਿਰ ਰੋਮਾਨੀਆ ਆ ਜਾਵੇ, ਉਸ ਤੋਂ ਅੱਗੇ ਇੱਥੇ ਆ ਜਾਵੇ। ਡਾਇਰੈਕਟ ਇਟਲੀ ਮੁਸ਼ਕਲ ਹੈ, ਤਕਰੀਬਨ ਬਹੁਤ ਮੁਸ਼ਕਲ ਹੈ। ਜਿੱਦਾਂ ਰੋਮਾਨੀਆ ਦਾ ਵੀਜ਼ਾ ਤੁਸੀਂ ਲਿਆ ਸੀ ਤੇ ਉਹ ਕੰਮ ਜਾਂ ਉਹ ਪ੍ਰੋਸੈਸ, ਉਹ ਬੜੇ ਲੋਕ ਕਹਿੰਦੇ ਕਿ ਸਾਨੂੰ ਏਜੰਟ ਦੱਸੋ, ਸਾਨੂੰ ਨੰਬਰ ਦੇ ਦਿਓ, ਉਹਨਾਂ ਵਾਸਤੇ ਤੁਹਾਡਾ ਕੀ ਕਹਿਣਾ? ਉਹਨਾਂ ਨੂੰ ਏਜੰਟ ਜੀ ਜਿਸ ਬੰਦੇ ਨੂੰ ਸ਼ੌਕ ਹੈ ਉਹ ਸਰਚ ਆਪ ਕਰ ਲਵੇ,
इस्लामाबाद पिंडी अजकल और बहुत ज्यादा दफ्तर बने ने सही ਤੇ ਉਹ ਆਪ ਹੀ ਆਪਣੀ ਹਿੰਮਤ ਕਰੇ ਇਦਾਂ ਕਿਸੇ ਨੂੰ ਦੱਸਣ ਵਾਸਤੇ ਬਹੁਤ ਮਸਲੇ ਅੱਗੇ ਬਣਦੇ ਨੇ। ਅਸੀਂ ਇਹਨਾਂ ਦੱਸ ਸਕਦੇ ਹਾਂ ਕਿ ਚਲੋ ਪਿੰਡੀ ਦੇ ਵਿੱਚ ਦਫ਼ਤਰ ਬਣੇ ਹੋਏ ਨੇ ਹਾਂਜੀ ਇੱਕ ਦੋ ਤਿੰਨ ਏਜੰਸੀਆਂ ਦੇ ਨਾਮ ਪਰ ਉੱਥੇ ਅਪਲਾਈ ਕਰੋ। ਥੋੜੀ ਬਹੁਤ ਤੁਹਾਨੂੰ ਇੰਗਲਿਸ਼ ਆਉਂਦੀ ਹੋਵੇ ਨਾ ਤੇ ਰਮਾਨੀਆ ਦਾ ਵੀਜ਼ਾ ਤੇ ਲੱਗ ਹੀ ਜਾਂਦਾ ਹੈ। ਇਟਲੀ ਦਾ ਥੋੜਾ ਡਿਫਿਕਲਟ ਹੈ ਲੇਕਿਨ ਰਮਾਨੀਆ ਦਾ ਵੀਜ਼ਾ ਲੱਗ ਜਾਂਦਾ ਹੈ ਤੇ ਵੱਡੀ ਗੱਲ। ਹਾਂਜੀ ਸਭ ਦੋਸਤਾਂ ਲਈ ਇਨਫੋਰਮੇਸ਼ਨ ਸੀ। ਅਗਰ ਕੋਈ ਆਉਣਾ ਚਾਹੁੰਦਾ ਰੋਮਾਨੀਆ ਦੇ ਵੀਜ਼ੇ ਹਜੇ ਵੀ ਖੁੱਲੇ ਆ, ਓਪਨ ਆ। ਅਗਰ ਕੋਈ ਆਉਣਾ ਚਾਹੁੰਦਾ ਹੁਣ ਵੀ ਆ ਸਕਦਾ। ਤੇ ਬਾਕੀ ਜੋ ਇਟਲੀ ਦਾ ਹਿਸਾਬ ਆ, ਅਸਾਈਲਮ ਦਾ ਜੋ ਹਿਸਾਬ ਆ, ਉਹ ਤੁਹਾਡੇ ਨਾਲ ਸਾਰੀ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਆ। ਤੇ ਉਮੀਦ ਕਰਦਾ ਤੁਹਾਡੇ ਲਈ ਹੈਲਪਫੁਲ ਹੋਊਗੀ। ਜਿੰਨੇ ਬੰਦੇ ਸਾਨੂੰ ਦੇਖਣ ਵਾਲੇ ਉਹ ਪਾਕਿਸਤਾਨ ਤੋਂ ਖਾਸ ਕਰ ਉਹਨਾਂ ਵਾਸਤੇ ਕਿ ਅਗਰ ਤੁਸੀਂ ਆਉਣਾ ਚਾਹੁੰਦੇ ਹੋ ਜਾਂ ਇਟਲੀ ਵਾਸਤੇ ਜਾਂ ਇੱਥੇ ਤਨਖਾਹਾਂ ਦਾ ਜੋ ਸਿਸਟਮ ਆ 1200 ਤੋਂ 1500 ਤੱਕ ਨਵਾਂ ਬੰਦਾ ਵਾਸਤੇ ਤਨਖਾਹਾਂ ਦਾ ਹਿਸਾਬ ਆ। ਬਾਕੀ ਜੋ ਮਾਮਲਾਤ ਆ ਵੀਜ਼ੇ ਦੇ ਉਹ ਤੁਹਾਨੂੰ ਪਤਾ 50 60 ਲੱਖ ਪਾਕਿਸਤਾਨੀ ਏਜੰਟ ਮੰਗਦੇ ਆ। ਉਸ ਹਿਸਾਬ ਨਾਲ ਸਾਰੇ ਠੱਗਾਂ ਤੋਂ ਵੀ ਬਚੋ ਤੇ ਆਪਣਾ ਸਹੀ ਤਰੀਕੇ ਨਾਲ ਜੋ ਹਿਸਾਬ ਹੈ ਦੇਖ ਸੋਚ ਕੇ ਆਪਣਾ ਕੰਮ ਕਰੋ। ਤੇ ਬਾਕੀ ਅੱਲਾ ਖੈਰ ਕਰੇ। ਅਗਲੀ ਵੀਡੀਓ 'ਚ ਮਿਲਾਂਗੇ ਤੁਹਾਨੂੰ ਹੋਰ ਕੰਮ ਦੇ ਹਵਾਲੇ ਨਾਲ, ਫੈਕਟਰੀਆਂ ਦੇ ਕੰਮਾਂ ਦੇ ਕੀ ਹਿਸਾਬ ਨੇ ਤੇ ਉਸ ਵਾਲੇ ਨਾਲ ਵੀ ਤੁਹਾਨੂੰ ਇਨਫੋਰਮੇਸ਼ਨ ਸ਼ੇਅਰ ਕਰਦੇ ਰਵਾਂਗੇ ਇਨਸ਼ਾਅੱਲਾ। ਕੱਟ ਦੇ ਭਾਈ।